ਮੈਂ ਮਨਵੀਰ ਕੌਰ ਸੋਸ਼ਲ ਪੋਸਟ ਵੇਖ ਰਹੀ ਸਾਰੀ ਆਡੀਅנס ਦਾ ਸਵਾਗਤ ਕਰਦੀ ਹਾਂ। ਪੰਜਾਬ ਦੇ ਵਿੱਚ 11 ਤੋਂ 13 ਜੁਲਾਈ ਦੇ ਵਿੱਚ ਜਿਹੜੀ ਪਿਛਲੇ ਮਹੀਨੇ ਮੌਲੇਧਾਰ ਭਾਰੀ ਵਰਖਾ ਹੋਈ, ਉਹਦੇ ਨਾਲ ਹੜ੍ਹ ਆਏ। ਉਹ ਹੜ੍ਹਾਂ ਤੇ ਹਜੇ ਕਾਬੂ ਪਾਇਆ ਹੀ ਸੀ। ਲੋਕ ਹਜੇ ਉਹਦੇ ਚੋਂ ਵੈਸੇ ਤਾਂ ਬਹੁਤ ਵੱਡਾ ਹਿੱਸਾ ਪ੍ਰੋਪਰਲੀ ਨਿਕਲ ਹੀ ਨਹੀਂ ਸੀ ਪਾਇਆ। ਉਹਨਾਂ ਦੀਆਂ ਫਸਲਾਂ, ਉਹਨਾਂ ਦੇ ਘਰ ਜਿਹੜੇ ਸੀ ਹਜੇ ਵੀ ਉਥਲ-ਪੁਥਲ ਮਚਿਆ ਹੋਇਆ ਸੀ। ਪਰ ਐਨੇ ਨੂੰ ਫਲੱਡ 2.0 ਪੰਜਾਬ ਦੇ ਵਿੱਚ ਆ ਜਾਂਦੇ ਆ, ਜਿਹੜੇ ਆਪਾਂ 15 ਅਗਸਤ ਤੋਂ ਗਿਣ ਸਕਦੇ ਹਾਂ ਕਿ 15 ਅਗਸਤ ਤੋਂ ਲੈ ਕੇ ਅੱਜ 22 ਅਗਸਤ 23 ਅਗਸਤ ਤੱਕ ਵੀ ਅੱਗੇ ਤੱਕ ਉਹ ਹਫ਼ਤਾ ਖੰਡ ਹੋਰ ਚੱਲਣ ਦੀ ਸੰਭਾਵਨਾ। ਅਗਰ ਹੋਰ ਬਾਰਿਸ਼ਾਂ ਹੁੰਦੀਆਂ ਨੇ ਤਾਂ ਫਿਰ ਸੀਨ ਜਿਹੜਾ ਉਹ ਬਦਲ ਸਕਦਾ ਹੈਗਾ। ਪਰ ਜਿਹੜੇ ਫਲੱਡ 2.0 ਹੈ, ਜਿਹੜੇ 15 ਅਗਸਤ ਤੋਂ ਬਾਅਦ ਆਉਂਦੇ ਨੇ, ਇਹਦੇ ਵਿੱਚ ਜਿਹੜਾ ਹੜ੍ਹਾਂ ਦੇ ਪਿਛਲਾ ਕਾਰਨ ਦੱਸਿਆ ਜਾ ਰਿਹਾ ਉਹ ਇਹੀ ਹੈ ਜੋ ਸਾਡੇ ਸਾਹਮਣੇ ਹੈ ਕਿ ਡੈਮਸ ਦੇ ਵਿੱਚੋਂ ਪੌਂਗ ਡੈਮ, ਭਾਖੜਾ ਡੈਮ, ਇਹਨਾਂ ਦੇ ਵਿੱਚੋਂ ਜਦੋਂ ਪਾਣੀ ਛੱਡਿਆ ਗਿਆ, ਉਹ ਪਾਣੀ ਛੱਡਣ ਦੇ ਨਾਲ ਇਹ ਹੜ੍ਹ ਕ੍ਰੀਏਟ ਹੋਏ। ਗੁਰਦਾਸਪੁਰ, ਤਰਨਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਬਹੁਤ ਵੱਡਾ ਏਰੀਆ, ਹਰੀਕੇ ਪੱਤਨ ਤੋਂ ਅੱਗੇ ਵੀ ਫਾਜ਼ਿਲਕਾ, ਫਿਰੋਜ਼ਪੁਰ ਦੇ ਵਿੱਚ ਬਹੁਤ ਭਾਰੀ ਨੁਕਸਾਨ ਜਿਹੜਾ ਲੋਕਾਂ ਨੂੰ ਝੱਲਣਾ ਪਿਆ ਹੈਗਾ। ਇਹ ਜਿਹੜੇ ਹੜ੍ਹ ਆ, ਇਹਨਾਂ ਦੇ ਵਿੱਚ ਇੱਕ ਲੋਕ ਮਨਾਂ 'ਚ ਜਿਹੜਾ ਵਿਚਾਰ ਬਹੁਤ ਤੇਜ਼ੀ ਫੜ ਰਿਹਾ ਹੈ, ਉਹ ਹੈ ਕਿ ਇਹਨਾਂ ਹੜ੍ਹਾਂ ਦੇ ਪਿੱਛੇ ਇਹ ਜਿਹੜੇ 15 ਅਗਸਤ ਤੋਂ ਬਾਅਦ ਆਏ ਨੇ ਫਲੱਡ 2.0, ਇਹਨਾਂ ਪਿੱਛੇ ਕੋਈ ਨਾ ਕੋਈ ਜਾਂ ਤਾਂ ਸਾਜ਼ਿਸ਼ ਹੈ, ਜਾਂ ਤਾਂ ਜਾਣਬੁੱਝ ਕੇ ਕੀਤੇ ਗਏ ਨੇ, ਜਾਂ ਕਿਤੇ ਨਾ ਕਿਤੇ ਕੋਈ ਮਨੁੱਖੀ ਐਰਰ, ਕੋਈ ਮਨੁੱਖੀ ਗਲਤੀ ਆ ਉਹਨਾਂ ਦੀ, ਜਿਹੜੇ ਡੈਮਾਂ ਦੀ ਸਾਂਭ ਸੰਭਾਲ ਕਰਦੇ ਪਏ ਨੇ। ਪੰਜਾਬ ਦੇ ਪਾਣੀਆਂ ਦਾ ਇੱਕ ਅਲੱਗ ਹੀ ਕਿੱਸਾ ਹੈਗਾ। ਪੰਜਾਬ ਦੇ ਦਰਿਆ ਅਸਲ 'ਚ ਬਣਦੇ ਤਾਂ ਪੰਜਾਬ ਦੇ ਨੇ, ਪਰ ਇਹਨਾਂ ਦਾ ਹੱਕ ਜਿਹੜਾ ਹੈ ਉਹ ਦਿੱਲੀ ਦੇ ਕੋਲ ਹੈ। ਭਾਖੜਾ ਬਿਆਸ ਮੈਨੇਜਮੈਂਟ ਇਹਨਾਂ ਦੀ ਜਿਹੜੀ ਪਾਣੀਆਂ ਦੀ ਵੰਡ ਹੈ ਉਹਨੂੰ ਮੈਨੇਜ ਕਰਦਾ ਹੈਗਾ। ਪਰ ਜਿਹੜੇ ਡੈਮ ਹੈ, ਉਹ ਡੈਮ ਜਿਹੜੇ ਨੇ ਉਹ ਕੇਂਦਰ ਦੇ ਕੰਟਰੋਲ ਦੇ ਵਿੱਚ ਨੇ। ਫਲੱਡ ਮੈਨੇਜਮੈਂਟ ਕਿਹਦੇ ਕੰਟਰੋਲ 'ਚ ਹੈ, ਇਹਦੇ ਬਾਰੇ ਆਪਣੇ ਸੰਵਿਧਾਨ 'ਚ ਕੁਝ ਵੀ ਸਪਸ਼ਟ ਸਾਡੇ ਸਾਹਮਣੇ ਨਹੀਂ ਹੈਗਾ। ਕਿਸੇ ਵੀ ਯੂਨੀਅਨ ਲਿਸਟ, ਸਟੇਟ ਲਿਸਟ ਜਾਂ ਕੰਕਰੈਂਟ ਲਿਸਟ ਦੇ ਵਿੱਚ ਫਲੱਡ ਮੈਨੇਜਮੈਂਟ ਨਹੀਂ ਆਉਂਦਾ। ਪਰ ਅਗਰ ਆਪਾਂ ਇਹਨਾਂ ਨਦੀਆਂ ਦੇ ਦੁਆਲੇ, ਦਰਿਆਵਾਂ ਦੇ ਦੁਆਲੇ ਬੰਨਾਂ ਦੀ ਗੱਲ ਕਰੀਏ ਤਾਂ ਇਹ ਬੰਨ ਜਿਹੜੇ ਨੇ ਸਟੇਟ ਲਿਸਟ ਦੇ ਵਿੱਚ ਆਉਂਦੇ ਨੇ। ਤਾਂ ਇਸ ਕਰਕੇ ਫਲੱਡ ਮੈਨੇਜਮੈਂਟ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਟੇਟਸ ਦੇ ਉੱਤੇ ਹੀ ਇੱਕ ਤਰ੍ਹਾਂ ਦੀ ਆਪਾਂ ਗਿਣਦੇ ਹੈਗੇ ਆ। ਪਰ ਜਿਹੜਾ ਵਿਚਾਰ ਲੋਕਾਂ ਦੇ ਮਨਾਂ 'ਚ ਘਰ ਕਰ ਰਿਹਾ ਕਿ ਇਹ ਜਿਹੜੇ ਫਲੱਡ 2.0 ਆ, ਇਹ ਇੱਕ ਸਾਜ਼ਿਸ਼ ਹੋ ਸਕਦੀ ਹੈ, ਇਹ ਜਾਣਬੁੱਝ ਕੇ ਕੀਤੇ ਗਏ ਹੋ ਸਕਦੇ ਆ, ਜਾਂ ਇਹ ਕੋਈ ਮਨੁੱਖੀ ਗਲਤੀ ਹੋ ਸਕਦੀ ਹੈ, ਇਹਦੇ ਤੇ ਚਰਚਾ ਕਰਨ ਦੇ ਲਈ ਅੱਜ ਇਹ ਪ੍ਰੋਗਰਾਮ ਤੁਹਾਡੇ ਅੱਗੇ ਲੈ ਕੇ ਆਏ ਹੈਗੇ ਆ। ਮੇਰੇ ਨਾਲ ਖਾਸ ਮਹਿਮਾਨ ਜੁੜੇ ਰਹਿਣਗੇ, ਜੋ ਸਰਦਾਰ ਸਾਹਿਬ, ਜਿਨ੍ਹਾਂ ਦਾ ਨਾਮ ਹੈ ਕੁਲਦੀਪ ਸਿੰਘ ਖਹਿਰਾ। ਉਹ ਲੁਧਿਆਣਾ ਤੋਂ ਨੇ। ਲੁਧਿਆਣਾ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਮੱਤੇਵਾੜਾ ਜੰਗਲ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਤੋਂ ਹੀ ਇਹ ਫਰਮਾਨ ਜਾਰੀ ਹੋ ਗਿਆ ਸੀ ਕਿ ਉੱਥੇ ਇੰਡਸਟਰੀਅਲ ਪਾਰਕ ਜਿਹੜੀ ਆ ਜੰਗਲ ਦੇ ਵਿੱਚ ਸਤਲੁਜ ਦੇ ਕੰਢੇ ਤੇ ਬਣਾਈ ਜਾਏਗੀ। ਔਰ ਉਹਦੇ ਲਈ ਬਹੁਤ ਵੱਡਾ ਸੰਘਰਸ਼ ਜਿਹੜਾ ਉਹ ਕੀਤਾ। ਭਗਵੰਤ ਮਾਨ ਜੀ ਦੀ ਸਰਕਾਰ ਵੇਲੇ ਸੰਘਰਸ਼ ਸ਼ੁਰੂ ਬਹੁਤ ਤੇਜ਼ੀ ਫੜਦਾ ਹੈਗਾ। ਔਰ ਉਸ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਵਾਪਿਸ ਲੈ ਲਿਆ ਜਾਂਦਾ ਹੈ। ਉਹ ਵੀ ਜਿਹੜਾ ਪ੍ਰੋਜੈਕਟ ਸੀ ਉਹ ਫਲੱਡ ਏਰੀਆ ਦੇ ਵਿੱਚ ਹੀ, ਜੋ ਸਤਲੁਜ ਦਾ ਇੱਕ ਤਰ੍ਹਾਂ ਦੇ ਨਾਲ ਫਲੱਡ ਪਲੇਨ ਹੈਗਾ, ਮੈਦਾਨ, ਉਹਦੇ ਵਿੱਚ ਬਣਾਇਆ ਜਾ ਰਿਹਾ ਸੀ। ਉਹਦੇ ਵਿੱਚ ਕਾਫੀ ਵੱਡੀ ਜਿੱਤ ਜਿਹੜੀ ਆ ਪੰਜਾਬ ਨੂੰ ਪ੍ਰਾਪਤ ਹੁੰਦੀ ਹੈ। ਇਹ ਜਿਹੜੀ ਪਬਲਿਕ ਐਕਸ਼ਨ ਕਮੇਟੀ ਹੈ ਲੁਧਿਆਣੇ ਦੀ, ਜਿਹੜੀ ਸਤਲੁਜ, ਬੁੱਢਾ ਦਰਿਆ ਐਂਡ ਮੱਤੇਵਾੜਾ ਤੇ ਕੰਮ ਕਰਦੀ ਹੈ, ਉਸ NGO ਦੇ ਨਾਲ, ਉਸ ਕਮੇਟੀ ਦੇ ਨਾਲ ਜੁੜੇ ਹੋਏ ਕੁਲਦੀਪ ਸਿੰਘ ਖਹਿਰਾ, ਜਿਨ੍ਹਾਂ ਨੂੰ ਮੈਂ ਸ਼ਾਮਿਲ ਕਰਦੇ ਹੋਏ ਸਵਾਗਤ ਕਰਦੀ ਹਾਂ। ਸਰ, ਥੈਂਕ ਯੂ, ਤੁਸੀਂ ਸਾਨੂੰ ਜੁਆਇਨ ਕੀਤਾ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਰ, ਤੁਸੀਂ ਇੱਕ ਲੈਟਰ ਲਿਖਿਆ ਹੈਗਾ ਚੀਫ ਜਸਟਿਸ ਆਫ ਇੰਡੀਆ ਨੂੰ, ਇੱਕ ਮੰਗ ਪੱਤਰ ਹੈ ਜਿਹਦੇ ਵਿੱਚ ਤੁਸੀਂ ਮੰਗ ਕਰ ਰਹੇ ਹੋ, ਤੁਹਾਡੀ ਜਿਹੜੀ ਪਬਲਿਕ ਐਕਸ਼ਨ ਕਮੇਟੀ ਹੈ ਉਹ ਮੰਗ ਕਰ ਰਹੀ ਹੈਗੀ ਹੈ ਕਿ ਇੱਕ ਉੱਚ ਪੱਧਰੀ ਜਾਂਚ ਬਿਠਾਈ ਜਾਵੇ ਕਿ ਜਿਹੜੇ ਪੰਜਾਬ ਦੇ ਵਿੱਚ ਇਹ ਹੁਣ ਹੜ੍ਹ ਆਏ ਨੇ, ਜਿਨ੍ਹਾਂ ਨੂੰ ਮੈਂ 2.0 ਕਹਿ ਰਹੀ ਹੈਗੀ ਆ, ਇਹਦੇ ਪਿੱਛੇ ਕੋਈ ਨਾ ਕੋਈ ਹਿਊਮਨ ਐਰਰ ਜਿਹੜਾ ਹੋ ਸਕਦਾ ਹੈਗਾ। ਤੁਸੀਂ ਇੱਕ ਵਾਰੀ ਐਕਸਪਲੇਨ ਕਰੋ ਕਿ ਤੁਹਾਨੂੰ ਐਵੇਂ ਕਿਉਂ ਲੱਗ ਰਿਹਾ ਹੈਗਾ ਕਿ ਇਹ ਜਾਣਬੁੱਝ ਕੇ ਕੀਤੇ ਹੋਏ ਹੜ੍ਹ ਨੇ, ਜਾਂ ਇਹਦੇ ਪਿੱਛੇ ਕੋਈ ਗਲਤੀ ਹੈਗੀ ਆ, ਜਾਂ ਕਈ ਲੋਕਾਂ ਦਾ ਕਹਿਣਾ ਸਾਜ਼ਿਸ਼ ਵੀ ਹੈਗੀ। ਐਕਸਪਲੇਨ ਕਰੋ ਕਿਉਂ ਲੱਗਿਆ ਜੀ ਤੁਹਾਨੂੰ। ਅਸੀਂ ਨੇ ਜਦੋਂ 18 ਤਰੀਕ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਆਨਲਾਈਨ ਡਾਟਾ ਜਿਹੜਾ ਪਿਆ ਹੈਗਾ, ਇਨਫਲੋ ਔਰ ਆਊਟਫਲੋ ਦਾ ਡਾਟਾ ਜਿਸ ਟਾਈਮ ਚੈੱਕ ਕੀਤਾ ਜੇ, ਉਸ ਟਾਈਮ ਅਸੀਂ ਹੈਰਾਨ ਰਹਿ ਗਏ। ਜੋ 1 ਅਗਸਤ ਤੋਂ ਲੈ ਕੇ 16 ਅਗਸਤ ਤੱਕ ਦਾ ਡਾਟਾ ਸੀਗਾ, ਉਹ ਦੇਖ ਕੇ ਹੈਰਾਨ ਰਹਿ ਗਏ ਕਿ ਇਨਫਲੋ ਵੱਧਦਾ ਜਾ ਰਿਹਾ ਸੀਗਾ ਜਿਸ ਟਾਈਮ, ਤੇ ਆਊਟਫਲੋ ਸੇਮ ਜਗ੍ਹਾ ਦੇ ਉੱਤੇ ਰੱਖਿਆ ਹੋਇਆ ਸੀ 41,000 ਦੇ ਉੱਤੇ। ਏਡੇ ਵੱਡੇ ਇੰਜੀਨੀਅਰ ਬੈਠੇ ਨੇ, ਇੰਨਾ ਐਕਸਪੀਰੀਅੰਸ ਹੈ। BBMB ਅੱਜ ਦੀ ਸੰਸਥਾ ਨਹੀਂ ਹੈ, ਬਹੁਤ ਪੁਰਾਣੀ ਇਹ ਸੰਸਥਾ ਹੈਗੀ ਹੈ। ਤੇ ਉੱਥੇ ਦੇ ਇੰਜੀਨੀਅਰ ਇੰਨੇ ਐਕਸਪੀਰੀਅੰਸਡ ਹੈਗੇ ਨੇ, ਤਾਂ ਉਹਨਾਂ ਨੂੰ ਜੇ ਸਾਨੂੰ ਐਜ਼ ਏ ਲੇਮੈਨ ਪਤਾ ਲੱਗਦਾ ਹੈ ਤਾਂ ਉਹ ਤਾਂ ਐਕਸਪਰਟ ਹੈਗੇ ਨੇ।
ਕਿ ਜੇਕਰ ਭਾਖੜਾ ਦੇ ਵਿੱਚ ਇਨਫਲੋ ਵੱਧਦਾ ਹੈਗਾ ਤਾਂ ਆਊਟਫਲੋ ਵਧਾਉਣਾ ਚਾਹੀਦਾ ਸੀਗਾ। ਜਿਹੜਾ 16 ਅਗਸਤ ਨੂੰ ਜਾ ਕੇ ਇੱਕਦਮ ਇੰਨਾ ਜ਼ਿਆਦਾ ਵਧਾ ਦਿੱਤਾ ਗਿਆ ਜਿਹਦੇ ਨਾਲ ਹੜ੍ਹ ਆ ਗਏ। ਪਹਿਲਾਂ ਜਦੋਂ ਵੱਧ ਰਿਹਾ ਜੇਕਰ 5 ਦਿਨ ਦੇ ਪਹਿਲਾਂ ਤੱਕ 10,000 ਵਧਾ ਦਿੱਤਾ ਜਾਂਦਾ ਤਾਂ 41 ਤੋਂ 52,000 ਰਹਿ ਜਾਂਦਾ, ਜਿਹਦੇ ਨਾਲ 1 ਲੱਖ ਤੋਂ ਉੱਪਰ ਇੱਕਦਮ ਨਾ ਛੱਡਣਾ ਪੈਂਦਾ ਪਾਣੀ ਦਾ ਫਲੋ। ਜਦੋਂ ਇਹ ਡਾਟਾ ਦੇਖਦੇ ਆ ਤਾਂ ਹਰ ਇੱਕ ਬੰਦੇ ਨੂੰ, ਕਿਉਂਕਿ ਪੰਜਾਬ ਭੁਗਤ ਰਿਹਾ ਹੈ, ਹੁਣ ਸਾਨੂੰ ਇਹ ਦੇਖਣਾ ਪਵੇਗਾ ਕਿ ਕਿੱਥੇ ਕਿੱਥੇ ਐਰਰ ਹੈਗੇ ਨੇ। ਹੁਣ BBMB ਦੇ ਵਿੱਚ ਪੰਜਾਬ ਦੀ ਜਿਹੜੀ ਨੁਮਾਇੰਦਾ ਸੀਗਾ ਉਹ ਨੁਮਾਇੰਦਗੀ ਵੀ ਖਤਮ ਹੋ ਗਈ ਹੈ, ਜੋ ਮੀਡੀਆ ਰਿਪੋਰਟਸ ਦੇ ਹਿਸਾਬ ਨਾਲ, ਕਿ ਭੁਗਤਣਾ ਪੰਜਾਬ ਨੂੰ ਪਊਗਾ ਔਰ ਨੁਮਾਇੰਦਾ ਪੰਜਾਬ ਦਾ ਕੋਈ ਹੈ ਨਹੀਂ, ਤਾਂ ਪੰਜਾਬ ਦੇ ਪਾਣੀਆਂ ਦੇ ਉੱਤੇ ਹੱਕ ਵੀ ਪੰਜਾਬ ਦਾ ਨਹੀਂ, ਤੇ ਜੇ ਕੋਈ ਨੁਕਸਾਨ ਹੁੰਦਾ ਤਾਂ ਪੰਜਾਬ ਦਾ ਹੋਏਗਾ, ਬਾਕੀ ਕੰਟਰੋਲ ਸੈਂਟਰ ਦਾ ਹੋਏਗਾ। ਜਿਸ ਟਾਈਮ ਪੌਂਗ ਡੈਮ ਦਾ ਡਾਟਾ ਐਨਾਲਾਈਜ਼ ਕਰਦੇ ਆ, ਆਨਲਾਈਨ ਪਿਆ, ਆਪਾਂ ਨਹੀਂ ਕੁਝ ਵੀ ਕਹਿ ਰਹੇ, ਇਹਨਾਂ ਦਾ ਆਪਦਾ ਡਾਟਾ ਕਹਿ ਰਿਹਾ ਹੈ ਕਿ 16 ਅਗਸਤ ਨੂੰ ਪੌਂਗ ਡੈਮ ਦੇ ਵਿੱਚੋਂ ਵੀ ਪਾਣੀ ਬਹੁਤ ਜ਼ਿਆਦਾ ਛੱਡ ਦਿੱਤਾ ਗਿਆ। ਤੇ ਕਿਹੜੀ ਏਦਾਂ ਦੀ ਗੱਲ ਸੀਗੀ ਕਿ ਜਿਹੜਾ ਪਹਿਲਾਂ ਇਹ ਪਾਣੀ ਘਟਾ ਦਿੱਤਾ ਗਿਆ ਸੀਗਾ, ਇਨਫਲੋ ਵਧਿਆ ਹੋਇਆ ਸੀਗਾ, ਆਊਟਫਲੋ ਪੌਂਗ ਡੈਮ ਦੇ ਵਿੱਚੋਂ ਘਟਾ ਕੇ ਰੱਖਿਆ ਗਿਆ, ਔਰ 16 ਅਗਸਤ ਨੂੰ ਭਾਖੜਾ ਦੇ ਵਿੱਚੋਂ ਵੀ ਪਾਣੀ ਵੱਧ ਗਿਆ, ਔਰ ਉਸ ਤੋਂ ਬਾਅਦ ਪੌਂਗ ਡੈਮ ਦੇ ਵਿੱਚੋਂ ਵੀ ਪਾਣੀ ਦਾ ਆਊਟਫਲੋ ਵਧਾ ਦਿੱਤਾ ਗਿਆ, ਔਰ ਜਿਹਦੇ ਨਾਲ ਦਰਿਆਵਾਂ ਦੇ ਵਿੱਚ ਪਾਣੀ ਦਾ ਫਲੋ ਵਧਣ ਕਰਕੇ ਇੱਕਦਮ ਕੰਢੇ ਬ੍ਰੀਚ ਕਰਦੇ ਗਏ, ਕਿੰਨੇ ਜਗ੍ਹਾ ਤੇ ਹੜ੍ਹ ਆ ਗਏ। ਤੇ ਹੁਣ ਇਸ ਗੱਲ ਨੂੰ ਜਦੋਂ ਦੇਖਦੇ ਆ ਤਾਂ ਮਨ ਦੇ ਵਿੱਚ ਹਰ ਇੱਕ ਪੰਜਾਬੀ ਦੇ ਸਵਾਲ ਆਉਂਦਾ ਹੈ ਕਿ ਕੀ ਇਹ ਹਿਊਮਨ ਐਰਰ ਹੈ ਜਾਂ ਇਹਦਾ ਕੀ ਕਾਰਨ ਹੈ, ਇਸ ਤਰ੍ਹਾਂ ਕਿਉਂ ਕੀਤਾ ਗਿਆ? ਜਦੋਂ ਫਲੋ ਪਿੱਛੋਂ ਵੱਧ ਰਿਹਾ ਸੀਗਾ ਤਾਂ ਘਟਾ ਕਿਉਂ ਦਿੱਤਾ ਗਿਆ ਜਾਂ ਵਧਾਇਆ ਕਿਉਂ? BBMB ਦੇ ਚੇਅਰਮੈਨ ਦਾ ਇੱਕ ਇੰਟਰਵਿਊ ਅਖਬਾਰ ਦੇ ਵਿੱਚ ਪਬਲਿਸ਼ ਹੁੰਦਾ, ਉਹਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਕੋਈ ਵੀ ਇਹ ਸਾਡੇ ਤੇ ਵੈਸੇ ਹੀ ਇਹ ਗੱਲਾਂ ਚੱਲ ਰਹੀਆਂ ਨੇ, ਏਦਾਂ ਦੀ ਕੋਈ ਗੱਲ ਨਹੀਂ ਹੈ, ਉਹਨਾਂ ਨੇ ਆਪਣਾ ਕੰਮ ਬਿਲਕੁਲ ਸਹੀ ਤਰ੍ਹਾਂ ਕੀਤਾ। ਖਾਸ ਤੌਰ ਤੇ ਉਹ ਕਹਿੰਦੇ ਨੇ ਕਿ ਜੇਕਰ ਜਦੋਂ ਪੰਜਾਬ ਦੇ ਵਿੱਚ ਕੋਈ ਬਾਰਿਸ਼ਾਂ ਨਹੀਂ ਸੀ ਹੋ ਰਹੀਆਂ ਤੇ ਪਿੱਛੇ ਵੀ ਕੋਈ ਖਾਸ ਬਾਰਿਸ਼ਾਂ ਨਹੀਂ ਸੀ ਹੋ ਰਹੀਆਂ, ਤਾਂ ਅਗਰ ਸਮੇਂ ਤੋਂ ਪਹਿਲਾਂ ਪਾਣੀ ਛੱਡ ਦਿੱਤਾ ਜਾਂਦਾ ਤਾਂ ਵੀ ਇਹ ਗੱਲ ਕਹੀ ਜਾਣੀ ਸੀ ਕਿ ਲੋੜ ਨਹੀਂ ਸੀ, ਵੇਟ ਕੀਤਾ ਜਾ ਸਕਦਾ ਸੀ, ਹਜੇ ਕਿਉਂ ਤੰਗ ਕੀਤਾ ਜਾ ਰਿਹਾ ਲੋਕਾਂ ਨੂੰ? ਕਿਉਂਕਿ ਜਿਹੜਾ ਵੈਦਰ ਫੋਰਕਾਸਟਿੰਗ ਹੈ, ਜਿਹੜੀ ਇਹਨਾਂ ਨੂੰ ਖਬਰ ਮਿਲਣੀ ਹੁੰਦੀ ਹੈ ਕਿ ਬਾਰਿਸ਼ ਹੋ ਸਕਦੀ ਹੈ, ਕਲਾਊਡ ਬਸਟ ਹੋ ਸਕਦਾ, ਜੋ ਹਿਮਾਚਲ ਦੇ ਵਿੱਚ ਹੋਈ, ਉਹਨਾਂ ਦੀ ਉਹ ਕਹਿੰਦੇ ਸਾਡੇ ਕੋਲ ਕੋਈ ਖਾਸ ਜਾਣਕਾਰੀ ਨਹੀਂ ਸੀ, ਇਸ ਕਰਕੇ ਜਿਹੜਾ ਉਹ ਪਾਣੀ ਦਾ ਫਲੋ 7 ਲੱਖ ਕਿਊਸੈਕ ਤੱਕ, ਇਸ ਤੋਂ ਵੀ ਉੱਪਰ ਖੈਰ ਵੱਧ ਗਿਆ, ਤਾਂ ਜਦੋਂ ਡੇਂਜਰ ਦੇ ਲੈਵਲ ਤੋਂ ਡੈਮ ਉੱਪਰ ਜਾਣ ਲੱਗ ਗਿਆ ਤਾਂ ਅਸੀਂ ਪਾਣੀ ਛੱਡਿਆ ਫਿਰ ਮਜਬੂਰੀ ਦੇ ਵਿੱਚ। ਕੁਝ ਸੇਫਟੀ ਨੋਰਮਸ ਤਾਂ ਹੋਣਗੇ ਜੀ ਜਿਹੜੇ BBMB ਫੋਲੋ ਕਰਦਾ ਹੋਏਗਾ, ਮੰਨਦੇ ਆ, ਉਹਨਾਂ ਦੀ ਗੱਲ ਹੋ ਸਕਦਾ ਕਿ ਹਾਲਾਂਕਿ ਸਾਨੂੰ ਸੁਣਨ ਨੂੰ ਸਹੀ ਨਹੀਂ ਲੱਗਦੀ, ਪਰ ਜੇ ਉਹ ਤਰਕ ਦੇ ਰਹੇ ਨੇ ਤਾਂ ਜੇਕਰ ਉਹਨਾਂ ਦੀ ਗੱਲ ਨੂੰ ਸਹੀ ਵੀ ਮੰਨ ਲਈਏ ਤਾਂ ਫਿਰ ਇਹਨਾਂ ਇੰਜੀਨੀਅਰਸ ਨੂੰ ਇਹ ਨਹੀਂ ਪਤਾ ਸੀਗਾ ਕਿ ਜਿਸ ਟਾਈਮ ਇੱਕਦਮ ਡੇਂਜਰ ਲੈਵਲ ਆਏਗਾ ਤਾਂ ਉਸ ਟਾਈਮ ਜਦੋਂ ਫਲੋ ਅਸੀਂ ਇੱਕਦਮ ਛੱਡਾਂਗੇ ਤਾਂ ਪੰਜਾਬ ਦੇ ਵਿੱਚ ਕੀ ਹਾਲਾਤ ਬਣਨਗੇ। ਜੇਕਰ ਜਿਹੜਾ 41,000 ਦਾ ਲੈਵਲ 1 ਅਗਸਤ ਤੋਂ ਲੈ ਕੇ ਰੱਖਿਆ ਹੋਇਆ ਸੀਗਾ, ਜੇਕਰ 51,000 ਜਾਂ 55,000 ਰੱਖ ਦਿੱਤਾ ਜਾਂਦਾ ਤਾਂ ਹੜ੍ਹ ਵਾਲੀ ਪੋਜੀਸ਼ਨ ਨਹੀਂ ਆਉਣੀ ਸੀ। ਹੜ੍ਹ ਉਦੋਂ ਆਏ ਨੇ ਜਦੋਂ 1 ਲੱਖ ਦੇ ਕਰੀਬ ਲੈ ਗਏ ਨੇ ਆਊਟਫਲੋ, ਔਰ ਉਧਰੋਂ ਕੇਵਲ ਭਾਖੜਾ ਦਾ ਹੀ ਨਹੀਂ ਛੱਡਿਆ ਗਿਆ, ਉਹ ਨਾਲ ਦੀ ਨਾਲ ਪੌਂਗ ਡੈਮ ਤੋਂ ਵੀ ਛੱਡ ਦਿੱਤਾ ਗਿਆ 16 ਅਗਸਤ ਨੂੰ, ਔਰ ਦੋਨਾਂ ਪਾਸਿਆਂ ਤੋਂ ਇਕੱਠਾ ਛੱਡਿਆ ਗਿਆ। ਦਰਿਆ ਦਾ ਤਾਂ ਇੱਕ ਕਪੈਸਿਟੀ ਹੈ, ਜਿਹੜੇ ਭਾਂਡੇ ਦੇ ਵਿੱਚ 40 ml ਦੀ ਕਪੈਸਿਟੀ ਹੈ ਜਾਂ 50 ml ਦੀ ਕਪੈਸਿਟੀ ਹੈ, ਜਦੋਂ ਉਹਦੇ ਵਿੱਚ 100 ml ਪਾ ਦਿੱਤਾ ਜਾਏਗਾ ਤਾਂ ਫਿਰ ਕਿਨਾਰਿਆਂ ਟੁੱਟਣਗੇ। ਜੇਕਰ 40 ਆਪਾਂ ਪਾਇਆ ਹੋਇਆ 50 ਰੈਗੂਲਰ ਪਾਉਂਦੇ ਰਹੀਏ ਤਾਂ ਪਾਣੀ ਅੱਗੇ ਵਗਦਾ ਜਾਂਦਾ, ਤਾਂ ਕਿਨਾਰਿਆਂ ਤੋਂ ਬਾਹਰ ਨਾ ਆਉਂਦਾ, ਬ੍ਰੀਚ ਨਾ ਹੁੰਦੇ। ਜਦੋਂ ਕਿਨਾਰਿਆਂ ਤੋਂ ਬ੍ਰੀਚ ਹੋਈ ਹੈ ਤਾਂ ਹੀ ਹੜ੍ਹ ਆਏ ਨੇ। ਅਸੀਂ ਤਾਂ ਇਨਕੁਆਇਰੀ ਹੀ ਮੰਗ ਰਹੇ ਹਾਂ ਕਿ ਇੰਡੀਪੈਂਡੈਂਟ ਹਾਈ ਲੈਵਲ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ
ਕਿ ਕਿੱਥੇ ਕੀ ਗਲਤ ਹੋਇਆ। ਅਸੀਂ ਸਟੇਟ ਦੇ ਸੀਐਮ ਤੋਂ ਵੀ ਮੰਗੀ ਹੈ, ਪਾਵਰ ਮਿਨਿਸਟਰ ਤੋਂ ਵੀ ਮੰਗੀ ਹੈ ਸੈਂਟਰ ਦੇ, ਔਰ ਚੀਫ ਜਸਟਿਸ ਆਫ ਇੰਡੀਆ ਤੋਂ ਵੀ ਮੰਗੀ ਹੈ ਕਿ ਸਾਨੂੰ ਇਨਕੁਆਇਰੀ ਕੀਤੀ, ਅਸੀਂ ਜੋ ਇਸ਼ੂ ਰੇਜ਼ ਕਰ ਰਹੇ ਹਾਂ ਉਹਨੂੰ ਰਿਜ਼ੋਲਵ ਕੀਤਾ ਜਾਏ, ਤਾਂ ਕਿ ਪੰਜਾਬ ਨੂੰ ਇਹ ਜਾਣਨ ਹੋਵੇ ਕਿ ਕਿੱਥੇ ਜਾ ਕੇ ਕੀ ਇਹ ਹਿਊਮਨ ਐਰਰ ਹੈ ਜਾਂ ਕੋਈ ਹੋਰ ਕਾਰਨ। ਅਕਾਊਂਟੇਬਿਲਟੀ ਫਿਕਸ ਕਰਨ ਦੀ ਤੁਹਾਡੀ ਕੋਸ਼ਿਸ਼ ਹੈਗੀ ਹੈ ਬਿਲਕੁਲ ਕਿ ਹੋਣੀ ਲੋਕਾਂ ਨੂੰ ਚਾਹੀਦੀ ਹੈ ਪਤਾ ਲੱਗੇ ਵੀ ਜ਼ਿੰਮੇਵਾਰ ਕੌਣ ਹੈ ਇਹਦੇ ਪਿੱਛੇ। ਬਿਲਕੁਲ। ਇਹ ਜਿਹੜਾ ਆਪਾਂ ਕਹਿੰਦੇ ਆ ਨਾ ਕਿ ਕੁਦਰਤੀ ਆਫਤ 18ਵੀਂ 19ਵੀਂ ਸਦੀ ਦੇ ਵਿੱਚ ਹੋ ਸਕਦੀ ਸੀ, ਆਹ 21ਵੀਂ ਸਦੀ ਹੈ, ਇਹਦੇ ਵਿੱਚ ਕੁਦਰਤੀ ਆਫਤ ਨਹੀਂ ਹੋ ਸਕਦੀ। ਇਹ ਹਿਊਮਨ ਐਰਰ ਹੋਏਗਾ ਜਾਂ ਫਿਰ ਕੋਈ ਸਾਜ਼ਿਸ਼ ਹੁੰਦੀ। ਜਦੋਂ ਇਨਫਲੋ ਵੱਧ ਹੈਗਾ ਤਾਂ ਆਊਟਫਲੋ ਘਟਾਇਆ ਕਿਉਂ ਗਿਆ ਪੌਂਗ ਡੈਮ ਦੇ ਵਿੱਚ? ਨਾਰਮਲ ਨਾਲੋਂ ਵੀ ਘਟਾ ਦਿੱਤਾ ਗਿਆ। ਜਿਸ ਟਾਈਮ ਡਾਟਾ ਦੇਖਦੇ ਆ ਪੌਂਗ ਡੈਮ ਦੇ ਵਿੱਚ ਉਹ ਘਟਾਇਆ ਕਿਉਂ ਗਿਆ? ਪੰਜਾਬ ਨੇ ਇਤਿਹਾਸਿਕ ਤੌਰ ਤੇ 1988 ਦੇ ਫਲੱਡ ਦੇਖੇ ਹੋਏ ਨੇ, ਸੋ ਉਹਦੇ ਵਿੱਚੋਂ ਕਾਫੀ ਲੈਸਨ ਜਿਹੜੇ ਨੇ BBMB ਨੇ ਸਿੱਖੇ ਹੋਣਗੇ, ਕਈ ਤਰ੍ਹਾਂ ਦਾ ਡਾਟਾ ਉਹਨਾਂ ਦੇ ਕੋਲ ਹੋਏਗਾ। ਸੋ ਫਲੱਡ ਕੁਸ਼ਨ ਕਿੰਨਾ ਮੇਨਟੇਨ ਕਰਕੇ ਰੱਖਣਾ ਹੈਗਾ ਜਾਂ ਕੋਈ ਹੋਰ ਰਿਜ਼ਰਵਾਇਰ ਕ੍ਰੀਏਟ ਕਰਨਾ ਜਿਹਦੇ ਨਾਲ ਪਾਣੀ ਨੂੰ ਜਮ੍ਹਾਂ ਕੀਤਾ ਜਾ ਸਕੇ, ਇਹ ਆਪਸ਼ਨਾਂ ਜਿਹੜੀਆਂ ਖੰਗਾਲੀਆਂ ਜਾਣੀਆਂ ਚਾਹੀਦੀਆਂ ਸੀ BBMB ਵੱਲੋਂ। ਪਰ ਸਰ ਇੱਕ ਗੱਲ ਇੱਥੇ, ਇੱਕ ਫੈਕਟ ਜਿਹੜਾ ਮੈਂ ਤੁਹਾਡਾ ਧਿਆਨ ਤੁਹਾਡੇ ਹੀ ਇੱਕ ਮਸਲੇ ਵੱਲ ਲੈ ਕੇ ਆਉਣਾ ਚਾਹੁੰਦੀ ਹਾਂ, ਕਿਉਂਕਿ ਤੁਹਾਡੀ ਆਰਗੇਨਾਈਜੇਸ਼ਨ ਵੱਲੋਂ ਇੱਕ NGT ਦੇ ਵਿੱਚ ਮੱਤੇਵਾੜਾ ਫੋਰੈਸਟ ਦੇ ਕੇਸ ਨੂੰ ਹੀ ਲੈ ਕੇ ਤੁਸੀਂ ਜਾਂਦੇ ਹੋ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਤੁਸੀਂ ਕਹਿੰਦੇ ਹੋ ਕਿ ਜਿਹੜੇ ਫਲੱਡ ਪਲੇਨ ਜ਼ੋਨ ਹੈ, ਕਿ ਜਿਹੜਾ ਹੜ੍ਹ ਆਉਣਾ ਹੈ ਪੰਜਾਬ ਦੇ ਵਿੱਚ, ਔਰ ਇਹਨਾਂ ਡੈਮਾਂ ਤੋਂ ਵੀ ਜਿਹੜਾ ਪਾਣੀ ਅਲਟੀਮੇਟਲੀ ਜਿਹਦੇ ਰਾਸਤੇ ਬਣੇ ਹੋਏ ਨੇ, ਉਹ ਜਿਹੜਾ ਹੜ੍ਹ ਦਾ ਮੈਦਾਨ ਹੈ, ਉਹ ਮੈਦਾਨਾਂ ਦੀ ਜ਼ੋਨਿੰਗ ਕੀਤੀ ਜਾਵੇ, ਉਹਨਾਂ ਦੀ ਡੀਮਾਰਕੇਸ਼ਨ ਕੀਤੀ ਜਾਵੇ, ਉਹਨਾਂ ਦਾ ਪੂਰਾ ਮੈਪ ਬਣਾਇਆ ਜਾਵੇ। ਔਰ ਉਹਦੇ ਤੇ NGT ਨੇ ਪਿਛਲੇ ਹੀ ਸਾਲ ਔਰ ਇਸ ਸਾਲ ਦੇ ਅਪ੍ਰੈਲ ਮਹੀਨੇ 'ਚ ਵੀ ਚੀਫ ਸੈਕਟਰੀ ਨੂੰ ਕਿਹਾ ਪੰਜਾਬ ਦਿਆਂ ਨੂੰ ਕਿ ਇਹ ਮੈਪਿੰਗ ਕਰੋ, ਔਰ ਚੀਫ ਸੈਕਟਰੀ ਨੇ 2 ਮਹੀਨੇ ਦਾ ਸਮਾਂ ਹੋਰ ਮੰਗ ਲਿਆ, ਜਿਹਦੀ ਤਰੀਕ ਹੁਣ ਅਗਸਤ ਦੇ ਆਖਰੀ ਹਫਤੇ ਦੇ ਵਿੱਚ ਅੱਗੇ ਹੋ ਸਕਦਾ ਆਪਾਂ ਨੂੰ ਦੇਖਣ ਨੂੰ ਮਿਲੇ। ਸਰ ਇੱਥੇ ਦਿੱਕਤ ਇੱਕ ਤਾਂ ਆ ਗਈ ਕਿ ਡੈਮ ਵੱਲੋਂ ਪਾਣੀ ਇੱਕ ਤਰ੍ਹਾਂ ਦੇ ਨਾਲ ਔਡ ਟਾਈਮਿੰਗਸ ਦੇ ਉੱਤੇ, ਔਡ ਮੈਜ਼ਰਮੈਂਟਸ ਦੇ ਉੱਤੇ ਛੱਡਿਆ ਗਿਆ। ਦੂਸਰੀ ਦਿੱਕਤ ਆਪਣੇ ਸਾਹਮਣੇ ਇਹ ਵੀ ਹੈਗੀ ਹੈ ਕਿ ਸਾਡੇ ਹੜ੍ਹਾਂ ਦੇ ਮੈਦਾਨ ਕਿੱਥੇ ਨੇ? ਹੜ੍ਹਾਂ ਦੇ ਮੈਦਾਨਾਂ ਦੀ ਪ੍ਰੋਪਰ ਮੈਪਿੰਗ, ਡੀਮਾਰਕੇਸ਼ਨ ਨਹੀਂ ਹੈਗੀ, ਉੱਥੇ ਕਬਜ਼ੇ, ਐਨਕਰੋਚਮੈਂਟ ਹੋਈਆਂ ਨੇ। ਤੁਸੀਂ ਧਰਾਤਲ ਨਾਲ ਜੁੜੇ ਹੋਏ ਹੋ, ਤੁਸੀਂ ਜਾ ਕੇ ਵੇਖਿਆ ਹੈ ਜੀ, ਕੀ ਸੀਨ ਹੈ? ਇਹਨੂੰ ਆਪਾਂ ਵਿੱਚ ਕਿਵੇਂ ਲਵਾਂਗੇ? ਇਹ ਸਰਕਾਰਾਂ ਤਾਂ ਹੁਣ ਇਸ ਲੈਵਲ ਤੇ ਆ ਗਈਆਂ ਨੇ ਕਿ ਉੱਥੇ 2020 ਦੇ ਵਿੱਚ ਟੈਕਸਟਾਈਲ ਪਾਰਕ ਤੱਕ ਇੰਡਸਟਰੀ ਲਗਾਉਣ ਤੱਕ ਚਲੀ ਗਈ ਸੀ। ਇਸ ਤਰ੍ਹਾਂ ਦੇ ਡਿਸੀਜਨ ਹੋਣ ਲੱਗ ਗਏ। ਪਹਿਲਾਂ ਤਾਂ ਬਿਨਾਂ ਗਵਰਨਮੈਂਟ ਦੀ ਪਰਮਿਸ਼ਨ ਤੋਂ ਜੋ ਕੰਸਟਰਕਸ਼ਨਸ ਹੁੰਦੀਆਂ ਨੇ ਉਹ ਹੁੰਦੀਆਂ ਸੀਗੀਆਂ। ਹੁਣ ਤਾਂ ਗਵਰਨਮੈਂਟ ਆਪ ਪ੍ਰੋਜੈਕਟ ਲਗਾਉਣ ਦੀ ਫਿਰਾਕ ਦੇ ਵਿੱਚ ਸੀ। ਤੁਹਾਡੇ ਸਾਹਮਣੇ ਐਗਜ਼ਾਮਪਲ ਮੱਤੇਵਾੜੇ ਦਾ ਜਿਹੜਾ ਟੈਕਸਟਾਈਲ ਪਾਰਕ ਸੀਗਾ, ਉਸ ਟਾਈਮ ਜਿਸ ਟਾਈਮ ਸਾਡੀ CM ਸਾਹਿਬ ਨਾਲ ਮੀਟਿੰਗ ਹੋਈ, ਉਹ ਸਾਡੇ ਵੱਲੋਂ 8 ਮੁੱਦੇ ਰੇਜ਼ ਕੀਤੇ ਗਏ ਸੀ, ਜਿਹਦੇ ਵਿੱਚੋਂ ਇੱਕ ਮੁੱਦਾ ਇਹ ਵੀ ਸੀਗਾ ਕਿ ਹਾਂਜੀ ਫਲੱਡ ਪਲੇਨਸ ਨੂੰ ਡਿਮਾਰਕੇਸ਼ਨ ਕੀਤੀ ਜਾਵੇ, ਇਹਨਾਂ ਦੀ ਜ਼ੋਨਿੰਗ ਕੀਤੀ ਜਾਏ। CM ਸਾਹਿਬ ਨੇ ਅਸ਼ੋਰ ਕੀਤਾ ਸੀ ਕਿ ਇਹ ਹੋਏਗਾ, ਪਰ ਸਾਨੂੰ ਨਹੀਂ ਸਮਝ ਆਉਂਦੀ ਕਿ ਮੁੜ ਕੇ ਉਸ ਸਾਡੀ ਡਿਮਾਂਡ ਨੂੰ ਕਿਉਂ ਨਹੀਂ ਗੌਰ ਕੀਤੀ ਗਈ। ਜੇਕਰ ਉਸ ਟਾਈਮ ਤੋਂ ਕੋਈ ਕਾਰਵਾਈ ਸ਼ੁਰੂ ਕੀਤੀ ਹੁੰਦੀ ਹੁਣ ਤੱਕ, ਜ਼ੋਨਿੰਗ ਕੀਤੀ ਜਾਵੇ, ਹੁਣ ਵੀ ਜ਼ੋਨਿੰਗ ਕਰਨੀ ਬਣਦੀ ਹੈ ਫਲੱਡ ਪਲੇਨਸ ਦੀ। ਅਸੀਂ ਤਾਂ ਵਾਰ-ਵਾਰ ਸਟੇਟ ਗਵਰਨਮੈਂਟ ਨੂੰ ਵੀ ਇਹੀ ਗੱਲ ਕਹਿੰਦੇ ਆ ਕਿ ਇਹ ਪਹਿਲਾਂ ਤਾਂ ਨਿਸ਼ਾਨਦੇਹੀ ਕਰੋ ਕਿ ਫਲੱਡ ਪਲੇਨਸ ਕਿੱਥੋਂ ਤੋਂ ਕਿੱਥੇ ਤੱਕ ਹੈਗੇ, ਤਾਂ ਕਿ ਉਹ ਨੋ ਕੰਸਟਰਕਸ਼ਨ ਜ਼ੋਨ ਹੋਵੇ। ਲੁਧਿਆਣਾ ਜਿਹੜਾ ਮਾਸਟਰ ਪਲਾਨ ਸੀਗਾ, ਉਹਦੇ ਵਿੱਚ 2007 ਦੇ ਵਿੱਚ ਜਿਹੜਾ ਬਣਿਆ ਸੀਗਾ, ਉਸ ਟਾਈਮ ਨੋ ਕੰਸਟਰਕਸ਼ਨ ਜ਼ੋਨ ਮਾਰਕੇਸ਼ਨ ਕੀਤੀ ਗਈ ਸੀ ਜਿਹੜੇ ਫਲੱਡ ਪਲੇਨ ਦੀ। ਉਸ ਮਾਸਟਰ ਪਲਾਨ ਨੂੰ ਅਮੈਂਡਮੈਂਟ ਕਰਵਾਈ ਗਈ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਵੇਲੇ ਕਿ ਹਾਂਜੀ ਇਹ ਨੋ ਕੰਸਟਰਕਸ਼ਨ ਜ਼ੋਨ ਖਤਮ ਕਰ ਦਿੱਤਾ ਜਾਵੇ, ਕੇਵਲ ਇਸ ਲਈ ਕਿ ਇੱਥੇ ਟੈਕਸਟਾਈਲ ਪਾਰਕ ਲਗਾਉਣ ਲਈ। ਜਦੋਂ ਗਵਰਨਮੈਂਟ ਹੀ ਫਲੱਡ ਪਲੇਨਸ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਜੈਕਟਸ ਲਗਾਉਣ ਬੰਨੀ ਤੁਰ ਪਵੇ ਤਾਂ ਤਬਾਹੀ ਆਏਗੀ। ਮੱਤੇਵਾੜਾ ਦੀ ਜਿਹੜੀ ਉਹ ਇੱਕ ਕਾਫੀ ਵੱਡੀ ਜਿੱਤ ਸੀਗੀ, ਲੋਕ ਬੜੇ ਪੰਜਾਬ ਦੇ ਖੁਸ਼ ਹੋਏ ਸੀ। ਖੈਰ ਉਸ ਤੋਂ ਬਾਅਦ ਵੀ ਉਹ ਜ਼ਮੀਨ ਦੇ ਉੱਤੇ ਕਈ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਹੋ ਚੁੱਕੇ ਨੇ, ਉਹ ਇੱਕ ਅਲੱਗ ਮਸਲਾ ਹੈਗਾ। ਤੇ ਪਰ ਇਹ ਜਦੋਂ ਪੰਜਾਬ ਦੇ ਹੜ੍ਹਾਂ ਦੀ ਆਪਾਂ ਗੱਲ ਕਰਦੇ ਹੈਗੇ ਆ, ਤਾਂ ਜਦੋਂ ਇਹ ਤੁਸੀਂ ਇੱਕ ਐਪਲੀਕੇਸ਼ਨ ਮੂਵ ਕਰਦੇ ਹੈਗੇ, ਤੁਹਾਡੀ ਕਮੇਟੀ ਜੋ ਇੱਕ ਸਮਾਜ ਸੇਵਾ ਦੇ ਕੰਮ ਦੇ ਵਿੱਚ ਵਾਤਾਵਰਣ ਦੇ ਵਿਸ਼ੇ ਤੇ ਬਹੁਤ ਵਧੀਆ ਕੰਮ, ਚਾਹੇ ਮੱਤੇਵਾੜਾ ਫੋਰੈਸਟ ਹੋਵੇ,
ਚਾਹੇ ਜ਼ੀਰਾ ਫੈਕਟਰੀ ਹੋਵੇ, ਚਾਹੇ ਅੱਜ ਦੇ ਫਲੱਡਸ ਹੋਣ, ਹਮੇਸ਼ਾ ਹੀ ਨਜ਼ਰ ਆਉਂਦਾ ਹੈਗਾ। ਪਰ ਐਵੇਂ ਨਹੀਂ ਲੱਗਦਾ ਕਿ ਜਿਹੜਾ ਲੋਕ ਮਨਾਂ ਦੇ ਵਿੱਚ ਵਿਚਾਰ ਹੈਗਾ ਆ ਜਾਂ ਫਲੱਡਸ ਦਾ ਅਸਲੀ ਜ਼ਿੰਮੇਵਾਰੀ ਕਿਹਦੀ ਤੈਅ ਹੋਵੇ, ਉਹ ਜ਼ਿੰਮੇਵਾਰੀ ਤੈਅ ਕਰਨ ਚ ਆਪਾਂ ਪਿਛਾਂਹ ਹੋ ਕੇ ਇੱਕ ਬਲੇਮ ਗੇਮ ਵੱਲ ਨੂੰ ਅੱਗੇ ਵੱਧ ਰਿਹਾ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਨੂੰ ਬਲੇਮ ਕਰ ਦਿੱਤਾ ਜਾਵੇ ਜਾਂ ਕਿਸੇ ਨੂੰ ਪੰਜਾਬੋਂ ਬਾਹਰ ਬੈਠਿਆਂ ਨੂੰ ਬਲੇਮ ਕਰ ਦਿੱਤਾ ਜਾਵੇ, ਜਦ ਕਿ ਜਿਹੜੇ ਹੜ੍ਹ ਨੇ ਇਹ ਇੱਕ ਬਹੁਤ ਵੱਡੀ ਸਮੱਸਿਆ ਹੈ ਜਿਹਦੇ ਵਿੱਚ ਇੱਕ ਬੜੀ ਕੋਆਪਰੇਸ਼ਨ ਦੀ ਜ਼ਰੂਰਤ ਹੈਗੀ ਆ ਸਰ। ਇਹ ਅਸੀਂ ਵੀ ਇਹੀ ਡਿਮਾਂਡ ਕੀਤੀ ਹੈ ਕਿ ਗਵਰਨਮੈਂਟ ਇਨਕੁਆਇਰੀ ਕਰੇ। ਅਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਰਹੇ, ਅਸੀਂ ਡਾਟਾ ਰੱਖ ਦਿੱਤਾ ਗਵਰਨਮੈਂਟ ਨੂੰ ਔਰ ਚੀਫ ਜਸਟਿਸ ਆਫ ਇੰਡੀਆ ਨੂੰ ਇਹੀ ਕਿਹਾ ਕਿ ਹਾਂਜੀ ਇਸ ਚੀਜ਼ ਨੂੰ ਇੱਕ ਸਿੱਟਾ ਕੱਢੋ ਕਿ ਕੀ ਹੈ ਇਹਦੇ ਵਿੱਚ ਰਿਜ਼ਲਟ, ਕੀ ਹੈ, ਕੀ ਇਹਦੇ ਵਿੱਚ ਹਿਊਮਨ ਐਰਰ ਹੈ ਜਾਂ ਕੀ ਪ੍ਰੋਬਲਮ ਕੀ ਹੈ। ਜੇਕਰ ਅਥਾਰਟੀਜ਼ ਦੇਖਣਗੀਆਂ ਕਿ ਕੀ ਹੋਣਾ ਚਾਹੀਦਾ ਜੀ, ਅਸੀਂ ਤਾਂ ਇਨਕੁਆਇਰੀ ਮੰਗੀ ਹੈ ਜੀ। ਤੁਹਾਨੂੰ ਲੱਗਦਾ ਹੈ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈਗੀ ਜਾਂ ਜਾਣਬੁੱਝ ਕੇ ਕੀਤਾ ਗਿਆ ਹੋ ਸਕਦਾ ਹੈ, ਕਿਉਂਕਿ ਇਹ ਵੀ ਵਿਚਾਰ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਕੁਝ ਵੀ ਪੋਸੀਬਲ ਹੈ। ਅਸੀਂ ਨੇ ਤਾਂ ਜੋ ਡਾਟਾ ਸੀਗਾ ਉਹ ਜਨਤਕ ਕਰ ਦਿੱਤਾ ਕਿ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ, ਜਿਸ ਟਾਈਮ ਫਸਟ ਡੇ ਡਾਟਾ ਜਨਤਕ ਕੀਤਾ ਸੋਸ਼ਲ ਮੀਡੀਆ ਦੇ ਉੱਤੇ, ਉਸ ਤੋਂ ਨੈਕਸਟ ਡੇ ਜਿਹੜਾ 24 ਘੰਟੇ ਬਾਅਦ ਇਹਨਾਂ ਨੇ ਪਾਉਣਾ ਹੁੰਦਾ ਹੈ ਆਨਲਾਈਨ ਕਿ ਇਨਫਲੋ ਔਰ ਆਊਟਫਲੋ ਦਾ ਡਾਟਾ, ਉਹ ਪਾਇਆ ਨਹੀਂ ਗਿਆ। 17 ਅਗਸਤ ਤੋਂ ਲੈ ਕੇ ਹਜੇ ਤੱਕ ਡਾਟਾ ਆਨਲਾਈਨ ਨਹੀਂ ਪੈ ਰਿਹਾ। ਕਿਹੜਾ ਕਾਰਨ ਹੈ ਜਿਹਦੇ ਕਰਕੇ ਇਹ ਡਾਟਾ ਨਹੀਂ ਪਾਇਆ ਜਾ ਰਿਹਾ? ਹੁਣ ਕਿਉਂ ਲਗਾਉਣਾ ਚਾਹੁੰਦੇ ਨੇ? ਜੇਕਰ BBMP ਦੇ ਇੰਜੀਨੀਅਰਸ ਬਿਲਕੁਲ ਠੀਕ ਨੇ, ਉਹ ਕਹਿੰਦੇ ਨੇ ਕਿ ਅਸੀਂ ਪ੍ਰੋਟੋਕੋਲ ਦੇ ਹਿਸਾਬ ਨਾਲ ਹੀ ਕੰਮ ਕਰਦੇ ਰਹੇ ਹਾਂ, ਤਾਂ ਫਿਰ ਹੁਣ ਜਿਹੜਾ ਤਾਜ਼ਾ ਡਾਟਾ ਹੈਗਾ ਉਹ ਕਿਉਂ ਨਹੀਂ ਪਬਲਿਕ ਕਰ ਰਹੇ, ਆਪਣੀ ਵੈਬਸਾਈਟ ਦੇ ਉੱਤੇ ਕਿਉਂ ਨਹੀਂ ਪਾ ਰਹੇ? ਔਰ ਇਹ ਖੁਦ ਸ਼ੱਕ ਦੀ ਘੇਰੇ ਦੇ ਵਿੱਚ ਆਪਣੇ ਆਪ ਨੂੰ ਲਿਆ ਰਹੇ ਨੇ। ਔਰ ਇਹ ਵੀ ਪਤਾ ਲੱਗਿਆ ਕਿ ਹਾਂਜੀ ਜਿਹੜਾ ਸੈਚਰਡੇ ਔਰ ਸੰਡੇ ਨੂੰ ਡਾਟਾ ਚੈੱਕ ਕਰਨ ਲਈ ਕੋਈ ਹੁੰਦਾ ਨਹੀਂ। ਏਡਾ ਵੱਡਾ ਅਦਾਰਾ ਹੈਗਾ ਹੈ ਕਿ ਸੈਚਰਡੇ ਸੰਡੇ ਉੱਥੇ ਕੋਈ ਡਿਊਟੀ ਨਹੀਂ ਹੋਏਗੀ। ਇਹ ਕਿਸ ਤਰ੍ਹਾਂ ਪੋਸੀਬਲ ਹੈ ਜੀ? ਇਹ ਤਾਂ 24 ਆਵਰਸ ਚੱਲਣ ਵਾਲਾ ਪ੍ਰੋਸੈਸ ਹੈ। ਇਹ ਰਾਉਂਡ ਦੀ ਕਲੌਕ ਨਿਗਾਹ ਰੱਖਣ ਵਾਲੀ ਗੱਲ ਹੈ। ਪਾਣੀ ਤਾਂ ਲਗਾਤਾਰ ਹੁੰਦਾ। ਬਹੁਤ ਗੱਲਾਂ ਹੌਲੀ ਹੌਲੀ ਸਾਹਮਣੇ ਆਉਣਗੀਆਂ। ਔਰ ਨਾ ਪੌਂਗ ਡੈਮ ਦਾ ਡਾਟਾ ਅਪਡੇਟ ਕੀਤਾ ਜਾ ਰਿਹਾ ਹੈ, ਨਾ BBMP ਦਾ ਭਾਖੜਾ ਬਿਆਸ ਦਾ ਮੈਨੇਜਮੈਂਟ ਬੋਰਡ ਦਾ ਡਾਟਾ ਅਪਡੇਟ ਕੀਤਾ ਜਾ ਰਿਹਾ ਹੈ ਜੀ। ਇਹ ਤਾਂ ਸ਼ੰਕਾ ਆਪ ਪੈਦਾ ਕਰ ਰਹੇ ਨੇ। ਕਿਉਂ ਇਦਾਂ ਦਾ ਕੰਮ ਕਰ ਰਹੇ ਨੇ? ਹਰ ਇੱਕ ਚੀਜ਼ ਜਨਤਕ ਹੋਣੀ ਚਾਹੀਦੀ ਹੈ। ਪਟੀਸ਼ਨ ਤਾਂ ਅਸੀਂ ਤੀਸਰੇ ਚੌਥੇ ਦਿਨ ਜਾ ਕੇ ਪਾਈ ਹੈ। ਇਹਨਾਂ ਨੇ ਡਾਟਾ ਆਨਲਾਈਨ ਪਾਉਣਾ ਹੀ ਬੰਦ ਕਰ ਦਿੱਤਾ ਸੀ। ਕੱਲ ਵੀ ਅਸੀਂ ਨੇ ਚੈੱਕ ਕੀਤਾ ਸੀਗਾ ਸਵੇਰ ਦੇ ਟਾਈਮ ਕਿ ਡਾਟਾ ਹੋਏਗਾ। ਲੋਕਾਂ ਤੋਂ ਛੁਪਾਇਆ ਜਾ ਰਿਹਾ, ਬਹੁਤ ਵੱਡੇ ਪੱਧਰ ਤੇ ਡਾਟਾ ਜਿਹੜਾ ਹੈ ਅਪਡੇਟ ਨਹੀਂ ਕੀਤਾ ਜਾ ਰਿਹਾ, ਜੋ ਆਈਡੀਅਲੀ ਕਰ ਦਿੱਤਾ ਜਾਂਦਾ ਹੈਗਾ ਆਨਲਾਈਨ ਉਹਨਾਂ ਦੇ ਪੋਰਟਲ ਦੇ ਉੱਤੇ। ਪਰ ਇਹਦੇ ਵਿੱਚ ਸਰ ਜਿਹੜੇ ਆਪਣੇ ਬੰਨ ਨੇ, ਜਿਹੜੇ ਆਪਣੇ ਜੇਕਰ ਡੈਮ ਪਾਣੀ ਛੱਡੇਗਾ ਵੀ ਅੱਗੇ, ਤਾਂ ਉਸ ਤੋਂ ਅੱਗੇ ਆ ਕੇ ਜਿਹੜੇ ਆਪਣੇ ਬੰਨਾਂ ਦੀ ਮੈਨੇਜਮੈਂਟ ਹੈ, ਐਮਬੈਂਕਮੈਂਟ ਜਿਨ੍ਹਾਂ ਨੂੰ ਕਹਿੰਦੇ ਨੇ, ਉਹਦੇ ਵਿੱਚ ਆ ਕੇ ਵੀ ਬਹੁਤ ਵੱਡੀਆਂ ਪ੍ਰੋਬਲਮਸ ਨੇ। ਉਹਦੇ ਲਈ ਕੀ ਮੁੱਖ ਮੰਤਰੀ ਪੰਜਾਬ ਦੇ ਸੈਕਟਰੀ ਤੱਕ ਕੋਈ ਪਹੁੰਚ ਕੀਤੀ ਗਈ ਹੈ ਜੀ? ਇਹ ਤਾਂ ਮਿਲਕਿੰਗ ਮਸ਼ੀਨ ਹੈ ਜੀ। ਹਰੇਕ ਸਾਲ ਬੰਨਾਂ ਦੀ ਨੂੰ ਪੱਕਾ ਕਰਨ ਦੇ ਨਾਮ ਤੇ ਪੈਸਾ ਆਉਂਦਾ ਹੈਗਾ। ਔਰ ਜਿੰਨਾ ਪੈਸਾ ਪਿਛਲੇ 10 ਸਾਲ ਦੇ ਵਿੱਚ ਆ ਗਿਆ, ਇਹਦੇ ਨਾਲ ਤਾਂ ਇੰਨੇ ਪੈਸੇ ਨਾਲ ਤਾਂ ਚਾਹੇ ਸੀਮੈਂਟ ਦੇ ਬੰਨ ਬਣਾ ਲੈਂਦੇ। ਜਿੰਨਾ ਰਿਪੇਅਰ ਵਾਸਤੇ ਖਰਚਾ ਕੀਤਾ ਜਾ ਰਿਹਾ ਹਰੇਕ ਸਾਲ ਆਉਂਦਾ ਹੈ, ਕਾਗਜ਼ਾਂ ਦੇ ਵਿੱਚ ਸ਼ੋਅ ਕੀਤਾ ਜਾਂਦਾ ਜੀ। ਪੰਜਾਬ ਦੇ ਵਿੱਚ ਜਿਹੜੇ ਡੈਮ ਨੇ, ਜਦੋਂ ਸਭ ਤੋਂ ਪਹਿਲਾਂ ਭਾਖੜਾ ਡੈਮ ਬਣਾਇਆ ਗਿਆ ਸੀ ਤਾਂ ਉਦੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਜੀ, ਉਹਨਾਂ ਦਾ ਕਹਿਣਾ ਸੀ ਕਿ ਮਾਡਰਨ ਇੰਡੀਆ ਦੇ ਇਹੀ ਮੰਦਰ ਨੇ ਜਿਹੜਾ ਇਹ ਡੈਮ ਬਣ ਰਹੇ ਨੇ, ਐਡਾ ਹੈਵੀ ਇਨਫਰਾਸਟ੍ਰਕਚਰ ਬਣ ਰਿਹਾ। ਪਰ ਇਹ ਡੈਮ ਪੰਜਾਬ ਲਈ ਤਬਾਹੀ ਵੀ ਬਣ ਸਕਦੇ, ਕਿਉਂਕਿ ਬਾਰ-ਬਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਹ ਕਹਿ ਰਿਹਾ ਹੈ, ਦਲੀਲ ਦੇ ਰਿਹਾ ਹੈ ਕਿ ਸਾਡੇ ਡੈਮ ਬੁੱਢੇ ਹੋ ਚੁੱਕੇ ਨੇ, ਓਲਡ ਹੋ ਚੁੱਕੇ ਨੇ, ਇਸ ਕਰਕੇ ਅਸੀਂ ਬਾਲਾ ਕੋਈ ਜ਼ਿਆਦਾ ਰਿਸਕ ਜਿਹੜਾ ਹੈ ਨਹੀਂ ਲੈ ਸਕਦੇ, ਇਸ ਕਰਕੇ ਪਾਣੀ ਛੱਡ ਦਿੰਦੇ ਆ ਜੀ। ਕੀ ਕਹਿਣਾ ਚਾਹੋਗੇ ਇਸ ਦਲੀਲ ਤੇ? ਜੇ ਪਾਣੀ ਛੱਡ ਦਿੰਦੇ ਆ ਤਾਂ ਇਹ ਨੌਬਤ ਕਿਉਂ ਆਈ? ਪਹਿਲਾਂ ਇੰਜੀਨੀਅਰਸ ਸੁੱਤੇ ਪਏ ਸੀਗੇ ਜਾਂ ਦਵਾਈਆਂ ਦੇ ਕੇ ਸਮਾਏ ਹੋਏ ਸੀਗੇ?
ਜਾਂ ਅੱਖਾਂ ਮੀਚੀਆਂ ਹੋਈਆਂ ਸੀਗੀਆਂ ਜੀ ਕਿ ਪਹਿਲਾਂ ਕਿਉਂ ਨਹੀਂ ਜਾਗੇ, ਇਹ 1 ਲੱਖ ਆਊਟਫਲੋ ਵਾਲੀ ਨੌਬਤ ਕਿਉਂ ਆਈ? ਪਿਛਲੇ 10 ਦਿਨ ਦਾ ਡਾਟਾ, 16 ਅਗਸਤ ਤੋਂ ਪਿਛਲਾ 10 ਦਿਨ ਦਾ ਡਾਟਾ ਦੇਖੀਏ, ਇਹ ਆਊਟਫਲੋ ਦਾ ਤੇ ਇਨਫਲੋ ਦਾ, ਤਾਂ ਲੇਮੈਨ ਨੂੰ ਪਤਾ ਲੱਗਦਾ ਕਿ ਗਲਤੀ ਹੋਈ ਹੈ। ਇਹ ਗਲਤੀ ਮੰਨਣ ਨੂੰ ਕਿਉਂ ਨਹੀਂ ਤਿਆਰ ਹੋ ਰਹੇ? ਜੇ ਗਲਤੀ ਹੋਈ ਹੈ ਤਾਂ ਗਲਤੀ ਮੰਨ ਲੈਣੀ ਚਾਹੀਦੀ ਹੁੰਦੀ ਹੈ, ਤਾਂ ਕਿ ਅੱਗੇ ਹੋਰ ਕੋਈ ਸੰਭਾਵਨਾ ਮੰਨੀ ਨੂੰ ਨਹੀਂ ਸ਼ੱਕ ਪੈਂਦਾ ਹੁੰਦਾ। ਫਿਰ 1988 ਵਾਲੇ ਫਲੱਡਸ ਦੀ ਇਹਨਾਂ ਨੂੰ ਗਲਤੀ ਮੰਨਣੀ ਪੈ ਗਈ ਜੀ, ਮੰਨਣੀ ਚਾਹੀਦੀ ਆ। ਔਰ ਨੰਬਰ 2 ਤੇ ਪੰਜਾਬ, ਇਹਦਾ ਅਫੈਕਟਡ ਸਟੇਟ ਪੰਜਾਬ ਹੈਗਾ। ਔਰ ਜੇਕਰ ਪਾਣੀਆਂ ਦੇ ਲਈ ਹਿੱਸਾ ਕੰਟਰੋਲ ਜਿਹੜਾ ਹੈਗਾ ਸੈਂਟਰ ਆਪਦੇ ਹੱਥ 'ਚ ਰੱਖਣਾ ਚਾਹੁੰਦਾ, ਤਾਂ ਜਿਹੜਾ ਨੁਕਸਾਨ ਹੁੰਦਾ ਹੈ ਤਾਂ ਉਹਦੇ ਲਈ ਵੀ ਸੈਂਟਰ ਮੂਹਰੇ ਆ ਕੇ ਮੁਆਵਜ਼ਾ ਦੇਵੇ, ਔਰ ਸਟੇਟ ਗਵਰਨਮੈਂਟ ਦੇ ਥਰੂ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ। 1988 ਦੇ ਫਲੱਡਸ ਦੇ ਪਿੱਛੇ ਵੀ ਕਿਤੇ ਨਾ ਕਿਤੇ ਕਿਹਾ ਜਾਂਦਾ ਹੈਗਾ ਕਿ ਡੈਮਸ ਦੀ, ਜਦੋਂ ਡੈਮਸ ਤੋਂ ਪਾਣੀ ਛੱਡਿਆ ਗਿਆ, ਉਹਦੇ ਵਿੱਚ ਵੀ ਇੱਕ ਤਰ੍ਹਾਂ ਦੀ ਕੰਸਪਾਇਰੇਸੀ ਥਿਊਰੀ ਉੱਥੇ ਹੈਗੀ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ 1988 ਦੇ ਫਲੱਡ ਜਿਹੜੇ ਆ ਉਹ ਕੀਤੇ ਗਏ ਸੀ, ਜਿਹਦੇ ਵਿੱਚ ਬਹੁਤ ਭਾਰੀ ਨੁਕਸਾਨ ਪੰਜਾਬ ਦਾ ਹੋਇਆ ਸੀਗਾ। ਅੱਜ ਦੇ ਹੜ੍ਹਾਂ ਨਾਲੋਂ ਵੀ ਕਿਤੇ ਵੱਧ ਸੀ ਉਹਦਾ ਇੰਪੈਕਟ ਜਿਹੜਾ ਸੀਗਾ। ਸਰ, ਉਸ ਸਮੇਂ ਦੀ ਕੋਈ ਯਾਦ ਤੁਹਾਨੂੰ ਹੈਗੀ ਆ? ਤੁਸੀਂ ਉਹ ਫਲੱਡ ਦੇਖੇ ਨੇ? ਕਿ ਉਹ ਟਾਈਮਾਂ ਦੇ ਵਿੱਚ ਮੈਂ ਲੁਧਿਆਣੇ ਸ਼ਹਿਰ ਦੇ ਵਿੱਚ ਉਸਰੀ ਸਾਈਡ ਤੇ ਰਹਿਣਾ, ਉਹ ਜਿਹੜਾ ਸ਼ਹਿਰ ਦਾ ਦੂਸਰਾ ਪਾਸਾ ਹੈ, ਉਹ ਸ਼ਹਿਰ ਦੇ ਵਿੱਚ ਤੱਕ ਪਾਣੀ ਆ ਗਿਆ ਸੀਗਾ। ਫਾਦਰ ਸਾਹਿਬ ਇੱਥੋਂ ਏਰੀਏ ਚੋਂ ਲੰਗਰ ਪਕਾ ਕੇ ਸਾਰੇ ਇਕੱਠਾ ਕਰਕੇ ਉਸ ਜਗ੍ਹਾ ਤੇ ਦੇਣ ਜਾਂਦੇ ਰਹੇ ਆ। ਆਪਾਂ ਨਹੀਂ ਚਾਹੁੰਦੇ ਕਿ ਉਹ ਜਿਹੜਾ ਐਪੀਸੋਡ 1988 ਵੇਲੇ ਹੋਇਆ ਤਾਂ ਉਹ ਦੁਬਾਰਾ ਉਸ ਤਰ੍ਹਾਂ ਦੀ ਨੌਬਤ ਆਵੇ। ਇਸੇ ਕਰਕੇ ਆਪਾਂ ਡੈਮੋਕ੍ਰੈਟਿਕ ਵੇ ਨਾਲ ਗਵਰਨਮੈਂਟ ਨੂੰ ਕਹਿੰਦੇ ਆ ਕਿ ਹਾਂਜੀ, ਇਹਦੀ ਇਨਕੁਆਇਰੀ ਕਰਨ ਕਿ ਕੀ ਇਹ ਹੜ੍ਹ ਕਿਉਂ ਆਏ ਨੇ, ਜਿਹੜੇ ਹੁਣ ਵਾਲੇ 16 ਅਗਸਤ ਦੇ ਹੜ੍ਹ ਹੈਗੇ ਨੇ, ਇਹ ਕਿਉਂ ਆਏ ਨੇ? ਪੰਜਾਬ ਦੇ ਲੋਕਾਂ ਨੂੰ ਮੇਨ ਦਿੱਕਤ ਸਵਾਲ ਇਹ ਆਉਂਦੇ ਨੇ ਕਿ 12 ਅਗਸਤ ਤੋਂ, ਇਨਫੈਕਟ 10, 11, 12 ਅਗਸਤ ਤੋਂ ਬਾਅਦ ਜਦੋਂ ਪਾਣੀ ਬਹੁਤ ਵੱਡੀ ਤੇਜ਼ੀ ਨਾਲ ਡੈਮਾਂ 'ਚ ਵੱਧ ਰਿਹਾ ਸੀ, ਤਾਂ ਉਸ ਸਮੇਂ ਹੀ ਡੈਮ 'ਚੋਂ ਥੋੜਾ ਪਾਣੀ ਕੱਢਣਾ ਜਾਂ ਥੋੜਾ ਲੈਵਲ ਪਾਣੀ ਦਾ ਜਿਹੜਾ ਆਲਰੇਡੀ ਨਿਕਲ ਰਿਹਾ ਸੀ ਉਹ ਵਧਾਉਣਾ ਸ਼ੁਰੂ ਕਿਉਂ ਨਹੀਂ ਕੀਤਾ ਗਿਆ? ਇਹ ਇੰਤਜ਼ਾਰ ਕਿਉਂ ਕੀਤਾ ਗਿਆ ਇਹਨਾਂ ਡੈਮਸ ਵੱਲੋਂ ਕਿ ਜਦੋਂ ਸਿਰ ਤੋਂ ਪਾਰ ਪਾਣੀ ਨਹੀਂ ਲੰਘਦਾ ਉਨੀ ਦੇਰ ਤੱਕ ਪਾਣੀ ਨਹੀਂ ਛੱਡਣਗੇ? ਔਰ ਫਿਰ ਜਦੋਂ ਪਾਣੀ ਸਿਰੋਂ ਪਾਰ ਹੋ ਗਿਆ, ਫਿਰ ਜਿਹੜਾ ਪਾਣੀ ਛੱਡਿਆ ਉਹ ਬਹੁਤ ਵੱਡੇ ਪੱਧਰ ਦਾ ਸੀ, ਜਿਹਨੇ ਬਹੁਤ ਵੱਡੇ ਹੜ੍ਹ ਲਿਆਂਦੇ, ਜਿਹਨੇ ਬਹੁਤ ਵੱਡੇ ਲੈਵਲ ਤੇ ਜਿਹੜੇ ਬੰਨ ਸੀ ਉਹ ਬੰਨ ਤੋੜੇ। ਕਈ ਬੰਨਾਂ ਦੇ ਵਿੱਚ 400 ਫੁੱਟ ਤੋਂ 900 ਫੁੱਟ ਤੱਕ ਦੇ ਵੀ ਪਾੜ ਪਏ ਨੇ, ਔਰ ਉਹਦੇ ਵਿੱਚ ਵੀ ਐਡਮਿਨਿਸਟ੍ਰੇਸ਼ਨ ਕਿਤੇ ਅੱਗੇ ਨਹੀਂ ਹੈ। ਲੋਕਾਂ ਵੱਲੋਂ ਆਪਸੀ ਹੰਬਲੇ ਮਾਰ ਕੇ, ਆਪਣੀ ਮਿਹਨਤ ਮੁਸ਼ੱਕਤ ਦੇ ਨਾਲ, ਹੌਸਲੇ ਨਾਲ ਉਹ ਬੰਨ ਬੰਨੇ ਗਏ ਨੇ। ਸੋ ਜਦੋਂ ਸਰਕਾਰ ਗਾਇਬ ਹੋਵੇ ਸੀਨ ਤੋਂ, ਜਦੋਂ ਅਥਾਰਟੀਜ਼ ਗਾਇਬ ਹੋਣ ਔਰ ਪਾਣੀਆਂ ਦੀ ਵੰਡ ਨੂੰ ਲੈ ਕੇ ਆਪਾਂ ਜਾਣਦੇ ਬੜਾ ਵੱਡੇ ਲੈਵਲ ਤੇ ਰੌਲਾ ਹੈਗਾ, ਤਾਂ ਲੋਕ ਫਿਰ ਇੱਕੋ ਹੀ ਸਵਾਲ ਵੱਲ ਦੇਖਦੇ ਨੇ ਕਿ ਇਹ ਡੈਮ ਜਿਹੜੇ ਅਸੀਂ ਆਪ ਬਣਾਏ ਨੇ, ਸਾਡੀਆਂ ਸਰਕਾਰਾਂ ਨੇ ਬਣਾਏ ਨੇ, ਇਹ ਕਿੱਡਾ ਵੱਡਾ ਖਤਰਾ ਹੈ ਕਿ ਤਬਾਹੀ ਮਚਾ ਦਿੰਦੇ ਨੇ ਫਸਲਾਂ ਦੀ, ਘਰਾਂ ਦੀ, ਜਾਨਵਰਾਂ ਦੀ, ਜਿਹੜਾ ਲਾਈਫ ਸਟਾਕ ਰੱਖਿਆ ਹੁੰਦਾ। ਔਰ ਕਈ ਲੋਕ ਤਾਂ ਜਾਨਾਂ ਵੀ ਆਪਣੀਆਂ ਇਹਦੇ ਵਿੱਚ ਗਵਾ ਗਏ। ਸੋ ਉਸੇ ਅਕਾਊਂਟੇਬਿਲਿਟੀ, ਉਸੇ ਜ਼ਿੰਮੇਵਾਰੀ ਨੂੰ ਲੱਭਦੇ ਹੋਏ ਇਹ ਜਿਹੜੇ ਸਵਾਲ ਸੀਗੇ ਤੁਹਾਡੇ ਅੱਗੇ ਰੱਖੇ ਨੇ। ਕੁਲਦੀਪ ਸਿੰਘ ਖਹਿਰਾ ਜੀ, ਤੁਸੀਂ ਆਪਣਾ ਸਮਾਂ ਕੱਢਿਆ ਔਰ ਇਹ ਜੋ ਐਫਰਟਸ ਤੁਸੀਂ ਪਾਈਆਂ ਨੇ ਉਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਤੇ ਅੱਗੇ ਵੀ ਤੁਹਾਡੇ ਨਾਲ ਹੋਰ ਜਾਣਕਾਰੀ ਲੈਂਦੇ ਰਵਾਂਗੇ। ਥੈਂਕ ਯੂ ਕੁਲਦੀਪ ਸਿੰਘ ਜੀ।